मैप स्टडी की हुंदा कहंदा फ्रॉम द मैप एक ਜਿਹੜਾ ਸਾਡੇ ਕੋਲ ਟੋਪੋਗ੍ਰਾਫਿਕ ਮੈਪ ਹੁੰਦਾ। ਮੈਂ ਤੁਹਾਨੂੰ ਲਾਸਟ ਟਾਈਮ ਵੀ ਦੱਸਿਆ ਸੀਗਾ, ਪਿਛਲੇ 2 ਲੈਕਚਰਾਂ 'ਚ ਮੈਂ ਰੂਟੀਨ 'ਚ ਗੱਲ ਕਰ ਰਿਹਾ ਕਿ ਟੋਪੋਗ੍ਰਾਫਿਕ ਮੈਪ ਕੀ ਹੁੰਦਾ। ਟੋਪੋਗ੍ਰਾਫਿਕ ਮੈਪ ਕੀ ਆ, ਉਸ ਏਰੀਏ ਦਾ ਇੱਕ ਪਲੇਨ ਟੇਬਲ ਤੇ ਆਪਾਂ ਜਿੱਦਾਂ ਕੰਮ ਕਰੀਦਾ ਨਾ, ਪਲੇਨ ਟੇਬਲ ਤੇ ਮੈਪ ਬਣਾ ਕੇ ਪੂਰਾ ਜਿਹੜਾ ਤੁਸੀਂ ਕੈਂਪ 'ਚ ਬਣਾਉਣਾ ਸੀਗਾ, ਕੈਂਪ ਜਿਹੜਾ ਤੁਹਾਡਾ ਲੱਗਣਾ ਸੀ ਉਹਦੇ 'ਚ ਆਪਾਂ ਬੇਸਿਕਲੀ ਟੋਪੋਗ੍ਰਾਫਿਕ ਮੈਪ ਬਣਾਈਦਾ ਕਿਸੇ ਵੀ ਇੱਕ ਹਿਲੀ ਏਰੀਆਸ ਦਾ। ਸੋ ਦੇਖਦੇ ਹਾਂ ਕਿ ਐਤਕੀ ਵੀ ਤੁਹਾਡਾ ਕੈਂਪ ਦੀ ਹਾਲੇ ਕੋਈ ਗੱਲਬਾਤ ਹੋਈ ਨਹੀਂ ਹੈ ਕਿਤੇ ਵੀ, ਦੇਖਦੇ ਹਾਂ ਕਿ ਕੀ ਉਹਦਾ ਫਾਈਨਲ ਹੋਏਗਾ। ਜੋ ਵੀ ਉਹ ਟੋਪੋਗ੍ਰਾਫਿਕ ਮੈਪ ਹੁੰਦਾ ਕੀ ਆ ਉਹਦੇ 'ਚ, ਬੇਸਿਕਲੀ ਮੈਂ ਤੁਹਾਨੂੰ ਅੱਗੇ ਵੀ ਬਰੀਫ ਕੀਤਾ ਸੀਗਾ ਕਿ ਉਹਦੇ 'ਚ ਕੀ ਹੁੰਦਾ। ਹੁਣ ਇੱਕ ਵਾਰੀ ਮੈਂ ਫੇਰ ਫਾਈਨਲ ਤੁਹਾਨੂੰ ਦੱਸਣ ਲੱਗਾ ਕਿ ਟੋਪੋਗ੍ਰਾਫਿਕ ਮੈਪ 'ਚ ਹੁੰਦਾ ਕੀ ਆ। ਸਭ ਤੋਂ ਪਹਿਲਾਂ ਉਹਦੇ 'ਚ ਆਪਾਂ ਇੱਕ ਸ਼ੀਟ ਬਣਾਉਣੀ ਹੁੰਦੀ ਹੈ ਜੀ, ਦੈਟ ਇਜ਼ ਓਨਲੀ ਟਰਵਰਸ ਸ਼ੀਟ। ਉਹਦੇ 'ਚ ਇੱਕ ਟਰਵਰਸ ਬਣਾ ਲੈਣਾ, 5 ਜਾਂ 6 ਸਾਈਡਾਂ ਦਾ ਇੱਕ ਟਰਵਰਸ ਬਣਾ ਦੇਣਾ ਆਪਾਂ, ਜਿੰਨੀਆਂ ਮਰਜ਼ੀ ਸਾਈਡਸ ਹੋਣ, ਨੰਬਰ ਆਫ ਸਾਈਡਸ ਉਹਦੀਆਂ ਜਿੰਨੀਆਂ ਮਰਜ਼ੀ ਹੋ ਸਕਦੀਆਂ। ਉਹ ਇੱਕ ਟਰਵਰਸ ਬਣਾ ਲਿਆ, ਉਹਦੇ ਐਂਗਲਸ ਆਪਾਂ ਨੋਟ ਕਰ ਲੈਣੇ, ਉਹਦੀ ਲੈਂਥਾਂ ਨੋਟ ਕਰ ਲੈਣੀਆਂ। ਉਹ ਪ੍ਰੋਪਰ ਉਸੇ ਐਂਗਲ ਤੇ ਉਸੇ ਲੈਂਥ ਤੇ ਆਪਾਂ ਉਹਨੂੰ ਅਕੋਰਡਿੰਗ ਟੂ ਸਕੇਲ ਪਲੋਟ ਕਰ ਲੈਣਾ ਸ਼ੀਟ ਤੇ। ਇਹ ਬਣ ਗਿਆ ਜੀ ਤੁਹਾਡੀ ਸ਼ੀਟ ਨੰਬਰ 1। ਸ਼ੀਟ ਨੰਬਰ 1। ਨੰਬਰ 2, ਉਸ ਏਰੀਏ ਦਾ ਸਾਰਾ ਪਲਾਨ ਡਰਾ ਕਰਨਾ, ਉਸ ਏਰੀਏ ਦਾ ਸਾਰਾ ਪਲਾਨ ਡਰਾ ਕਰਨਾ ਵਿਦ ਟਰਵਰਸ। ਉਹ ਜਿਹੜਾ ਟਰਵਰਸ ਆਪਾਂ ਅਜ਼ਿਊਮ ਕੀਤਾ ਸੀਗਾ ਜਾਂ ਉਹਦੇ ਪੁਆਇੰਟਸ ਆਪਾਂ ਲਾਏ ਸੀਗੇ, ਉਹ ਟਰਵਰਸ ਵੀ ਉਹਦੇ ਉੱਤੇ ਬਣੇਗਾ। ਕਲੀਅਰ ਹੈ ਜੀ। ਨੰਬਰ 3 ਜਿਹੜਾ ਉਹਦਾ ਪਲਾਨ ਬਣ ਗਿਆ, ਦੈਨ ਨੰਬਰ 3 'ਚ ਆਪਾਂ ਕੀ ਕਰਨਾ, ਉਸ ਏਰੀਏ ਦੇ ਵਿੱਚ ਕਿਸੇ ਵੀ ਮੈਥਡ ਦੇ ਨਾਲ, ਕਿਸੇ ਵੀ ਮੈਥਡ ਨਾਲ ਆਪਣੇ ਜਿਹੜੇ 2 ਮੈਥਡ ਹੈ ਕੰਟੂਰ ਦੇ, ਕੰਟੂਰ ਪਲੋਟ ਕਰਨ ਦੇ ਆਪਣੇ ਜਿਹੜੇ 2 ਮੈਥਡ ਹੈ, ਨੰਬਰ 1 ਇਜ਼ ਯੂਅਰ ਰੇਡੀਅਲ ਲਾਈਨ ਮੈਥਡ, ਨੰਬਰ 2 ਇਜ਼ ਯੂਅਰ ਸਕੇਅਰ ਮੈਥਡ। ਸੋ ਇਹਨਾਂ ਦੋਨੋਂ ਮੈਥਡਸ ਦੇ ਅਕੋਰਡਿੰਗ ਆਪਾਂ ਇੱਕ ਟਰਵਰਸ ਪਲੋਟ ਕਰਕੇ, ਉਹ ਟਰਵਰਸ ਪਲੋਟ ਕਰਨ ਤੋਂ ਬਾਅਦ ਆਪਾਂ ਟਰਵਰਸ ਕਰ ਰਹੇ ਹਾਂ, ਰੇਡੀਅਲ ਲਾਈਨਸ ਖਿੱਚ ਲੈਣੀਆਂ। ਰੇਡੀਅਲ ਲਾਈਨ ਮੈਥਡ 'ਚ ਆਪਾਂ ਰੇਡੀਅਲ ਲਾਈਨਸ ਖਿੱਚ ਲਈ ਦੀਆਂ। ਉਹ ਲਾਈਨਸ ਜਿੰਨਾ ਘੱਟ ਐਂਗਲ ਹੋਏਗਾ ਉਨੀ ਕਲੈਰਿਟੀ ਜ਼ਿਆਦਾ ਆਏਗੀ। ਬਰਾਬਰ ਦੇ ਐਂਗਲ ਤੇ ਆਪਾਂ ਇੱਥੇ ਮੈਂ ਜਿਹੜਾ ਪ੍ਰੈਕਟੀਕਲ ਕਰਾਇਆ ਸੀਗਾ ਬੱਚਿਆਂ ਨੂੰ ਤੁਹਾਡੀ ਕਲਾਸ ਦੇ ਹੀ, ਜਿਹੜਾ ਗਰੁੱਪ ਮੇਰੇ ਕੋਲ ਸੀਗਾ, ਆਪਾਂ 30 ਡਿਗਰੀ ਦੇ ਐਂਗਲ ਤੇ ਰੇਡੀਅਲ ਲਾਈਨਸ ਖਿੱਚ ਲੀਆਂ ਸੀ। ਉਹ ਰੇਡੀਅਲ ਲਾਈਨ ਦੇ ਉੱਤੇ ਆਪਾਂ ਕੰਟੂਰ ਪਲੋਟ ਕਰਨੇ ਜਾਂ ਸਕੇਅਰ ਬਣਾ ਲੈਣੇ, ਉਹ ਸਕੇਅਰ ਬਣਾ ਕੇ ਉਹਦੇ ਉੱਤੇ ਕੰਟੂਰ ਪਲੋਟ ਕਰਨੇ। ਉਹ ਕੰਟੂਰ ਕੀ ਹੈ, ਬੇਸਿਕਲੀ ਇੱਕ ਇਮੇਜਨਰੀ ਲਾਈਨ ਆ, ਇੱਕ ਇਮੇਜਨਰੀ ਲਾਈਨ ਆ ਆਫ ਸੇਮ RL, ਆਫ ਸੇਮ RL ਦੀ ਇੱਕ ਇਮੇਜਨਰੀ ਲਾਈਨ ਆ, ਉਹ ਕੰਟੂਰ ਉਹਦੇ ਉੱਤੇ ਪਲੋਟ ਕਰਨੇ। ਇਹ ਨੰਬਰ 3 ਸ਼ੀਟ ਬਣ ਗਈ। ਇਹ 3 ਬਣੀ ਕਿ 4 ਬਣੀ ਆਪਣੀ? ਪਹਿਲੀ ਆਪਾਂ ਕੀਤੀ ਸੀਗੀ ਜੀ ਟਰਵਰਸ ਦੀ, ਦੂਜੀ ਕੀਤੀ ਪਲੇਨ ਟੇਬਲ ਦੀ, ਤੀਜੀ ਕਰ ਲਈ ਜੀ ਕੰਟੂਰ ਦੀ। ਨੰਬਰ 4 ਸ਼ੀਟ ਹੈ, ਉਹ ਇਹਨਾਂ 3 ਸ਼ੀਟਾਂ ਨੂੰ ਅਸੀਂ ਕੰਬਾਈਨ ਕਰ ਦੇਣਾ। 3 ਸ਼ੀਟਾਂ ਨੂੰ ਕੰਬਾਈਨ ਕਰ ਦੇਣਾ, ਮਤਲਬ ਇੱਕੋ ਸ਼ੀਟ ਦੇ ਉੱਤੇ ਉਹਦਾ ਟਰਵਰਸ ਵੀ ਆ ਗਿਆ, ਉਹਦਾ ਪਲੇਨ ਟੇਬਲ ਵੀ ਆ ਗਿਆ, ਉਹਦੇ ਕੰਟੂਰਸ ਵੀ ਆ ਗਏ। ਸੋ ਉਸ ਸ਼ੀਟ ਨੂੰ ਆਪਾਂ ਟੋਪੋਗ੍ਰਾਫਿਕ ਮੈਪ ਕਹਿਣਾ, ਉਸ ਸ਼ੀਟ ਨੂੰ ਆਪਾਂ ਟੋਪੋਗ੍ਰਾਫਿਕ ਮੈਪ ਕਹਿਣਾ। ਸੋ ਆਹ ਜਿਹੜਾ ਵਰਡ ਹੈ ਟੋਪੋਗ੍ਰਾਫਿਕ ਮੈਪ, ਇਹਦੇ 'ਚ ਆਪਾਂ ਨੂੰ ਕੀ ਪਤਾ ਲੱਗੇਗਾ। ਹੁਣ ਦੇਖੋ ਟੋਪੋਗ੍ਰਾਫਿਕ ਮੈਪ 'ਚੋਂ ਸਾਨੂੰ ਕੀ ਪਤਾ ਲੱਗੇਗਾ, ਉਸ ਏਰੀਏ ਦੇ ਲੈਵਲਸ ਪਤਾ ਲੱਗ ਜਾਣਗੇ। ਲੈਵਲ ਤੋਂ ਸਾਨੂੰ ਪਤਾ ਲੱਗੇਗਾ ਉਹ ਏਰੀਆ ਪਲੇਨ ਹੈ, ਹਿਲਸ ਨੇ, ਵੈਲੀ ਹੈ, ਉੱਥੇ ਰੀਵਰ ਹੈ ਜਾਂ ਕੀ ਹੈ। ਉਹਦੇ ਜਿਹੜਾ ਪਲੇਨ ਟੇਬਲ ਹੋਏਗਾ ਉਹਦੇ 'ਚ ਉਹਦੇ ਸਾਰੇ ਦੇ ਸਾਰੇ ਫੀਚਰਸ ਸਾਨੂੰ ਨਾਲ ਪਤਾ ਲੱਗ ਜਾਣਗੇ। ਸੋ ਇਹ ਟੋਪੋਗ੍ਰਾਫਿਕ ਮੈਪ ਕਿਸੇ ਵੀ ਰੋਡ ਨੂੰ ਬਣਾਉਣ ਤੋਂ ਪਹਿਲਾਂ, ਕਿਸੇ ਵੀ ਹਾਈਵੇ ਨੂੰ ਡਿਜ਼ਾਈਨ ਕਰਨ ਤੋਂ ਪਹਿਲਾਂ ਉਸ ਏਰੀਏ ਦਾ ਟੋਪੋਗ੍ਰਾਫਿਕ ਮੈਪ ਦੇਖਿਆ ਜਾਂਦਾ। ਉਹ ਟੋਪੋਗ੍ਰਾਫਿਕ ਮੈਪਸ ਆਪਣੇ ਕੋਲ ਬਣ ਕੇ ਤਿਆਰ ਪਏ ਹੋਏ ਸਾਰੇ ਏਰੀਆਸ ਦੇ ਤਕਰੀਬਨ, ਉਹ ਕਿਸੇ ਵੀ ਲੋਕੈਲਿਟੀ ਦਾ ਆਪਾਂ ਟੋਪੋਗ੍ਰਾਫਿਕ ਮੈਪ ਲੈ ਸਕਦੇ ਹਾਂ। ਜਿੱਦਾਂ ਤੁਹਾਨੂੰ ਮੈਂ ਦੱਸਿਆ ਸੀ ਲਾਸਟ ਟਾਈਮ ਵੀ ਕਿ ਦੇਹਰਾਦੂਨ ਦੇ ਵਿੱਚ ਸਰਵੇ ਆਫ ਇੰਡੀਆ ਹੈਗਾ, ਉਹਨਾਂ ਦੇ ਕੋਲ ਟੋਪੋਗ੍ਰਾਫਿਕ ਮੈਪਸ ਇਹਨਾਂ ਦੇ ਅਵੇਲੇਬਲ ਆ। ਅਗਰ ਕਿਸੇ ਨੇ ਕੋਈ ਵੀ ਟੋਪੋਗ੍ਰਾਫਿਕ ਮੈਪ ਦੇਖਣਾ ਵੀ ਹੋਵੇ ਕਿਸੇ ਵੀ ਤਰ੍ਹਾਂ ਦਾ, ਉਹ ਤੁਸੀਂ ਨੈੱਟ 'ਤੇ ਸਰਚ ਮਾਰੋਗੇ, ਸ਼ਾਇਦ ਨੈੱਟ 'ਤੇ ਵੀ ਅਵੇਲੇਬਲ ਹੋਣਗੇ ਟੋਪੋਗ੍ਰਾਫਿਕ ਮੈਪ। ਸੋ ਉਹਨਾਂ ਨੂੰ ਟੋਪੋਗ੍ਰਾਫਿਕ ਮੈਪਸ ਨੂੰ ਦੇਖ ਕੇ ਆਪਾਂ ਡਿਫਰੈਂਟ ਰੂਟਸ, ਅਲਟਰਨੇਟਿਵ ਰੂਟਸ ਆਪਾਂ ਫਾਈਂਡ ਆਊਟ ਕਰ ਲੈਣੇ ਕਿ ਅਗਰ ਮੈਂ ਸਪੋਜ਼ ਜਲੰਧਰ ਤੋਂ ਅੰਮ੍ਰਿਤਸਰ ਦੀ ਸੜਕ ਬਣਾਉਣੀ, ਨਵੀਂ ਜਿਹੜੀ ਸੜਕ ਬਣੀ ਉਹ ਪਹਿਲਾਂ ਨਹੀਂ ਬਣੀ ਹੋਈ ਸੀ, ਜਦੋਂ ਉਹ ਬਣਾਈ ਹੈ ਉਹਨਾਂ ਨੇ ਕੀ ਕੀਤਾ, ਉਸ ਏਰੀਏ ਦੀ ਡਿਫਰੈਂਟ ਰੂਟਸ ਫਾਈਨਲ ਕਰ ਲਏ ਮੈਪ ਦੇ ਉੱਤੇ ਡਿਫਰੈਂਟ ਰੂਟਸ ਫਾਈਨਲ ਕਰਨ ਤੋਂ ਬਾਅਦ ਕੀ ਦੇਖਣਾ ਉਹਨਾਂ ਪੁਆਇੰਟਸ ਨੂੰ ਆਪਾਂ, ਕੀ ਦੇਖਣਾ ਕਿ ਉਹ ਜਿਹੜੇ ਫਾਈਨਲ ਕਰਨੇ ਰੂਟ, ਉਹਨਾਂ 'ਚ ਕੀ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਅਵੋਇਡ ਵੈਲੀ, ਪੌਂਡਸ ਔਰ ਲੇਕਸ।
ਜਿੰਨੀਆਂ ਵੈਲੀਸ ਹੋਣਗੀਆਂ, ਪੌਂਡਸ ਹੋਣਗੇ ਜਾਂ ਲੇਕਸ ਹੋਣਗੇ, ਉਨਾ ਸਾਡਾ ਖਰਚਾ ਵਧੇਗਾ, ਉਨਾ ਖਰਚਾ ਵਧੇਗਾ। ਕਿਉਂਕਿ ਪੌਂਡ ਜਾਂ ਲੇਕ ਆ ਗਈ, ਉਹਦੇ ਉੱਤੇ ਸਾਡਾ ਬ੍ਰਿਜ ਬਣੇਗਾ, ਉਹ ਬ੍ਰਿਜ ਬਣਨ ਦਾ ਖਰਚਾ ਉਨਾ ਜ਼ਿਆਦਾ ਹੋ ਜਾਣਾ। ਅਵੋਇਡ ਬੈਂਡ ਆਫ ਰਿਵਰਸ, ਜਿੱਥੇ ਰਿਵਰਸ ਜੁੜਦੀਆਂ ਪਈਆਂ ਜਾਂ ਰਿਵਰ ਮੁੜਦੀਆਂ ਪਈਆਂ, ਉਹਨਾਂ ਪੁਆਇੰਟਸ ਨੂੰ ਟੋਟਲੀ ਅਵੋਇਡ ਕਰਨਾ। ਰਿਵਰਸ ਜਿੱਥੇ ਬੈਂਡ ਆ ਰਿਵਰ ਦੇ ਵਿੱਚ, ਜਿੱਥੇ ਬੈਂਡ ਆ ਉਹਨੂੰ ਅਵੋਇਡ ਕਰਨਾ, ਪਲੱਸ ਰਿਵਰ ਦੀ ਕ੍ਰੋਸਿੰਗਸ ਨੂੰ ਵੀ ਅਸੀਂ ਅਵੋਇਡ ਕਰਨਾ ਅਗਰ ਪੋਸੀਬਲ ਹੈ। ਅਗਰ ਪੋਸੀਬਲ ਹੈ ਰਿਵਰ ਦੀ ਕ੍ਰੋਸਿੰਗ ਨੂੰ ਵੀ ਅਵੋਇਡ ਕਰਨਾ, ਕਿਉਂਕਿ ਉਨਾ ਹੀ ਵੱਡਾ ਸਾਡਾ ਬ੍ਰਿਜ ਉੱਥੇ ਬਣੇਗਾ। ਇਫ ਜੇਕਰ ਉੱਥੇ ਕ੍ਰੋਸਿੰਗ ਨੂੰ ਅਸੀਂ ਅਵੋਇਡ ਕਰਨ ਦੇ ਚਾਂਸਿਸ ਬਹੁਤ ਘੱਟ ਹੁੰਦੇ ਆ ਕਿ ਇੱਥੋਂ ਰਿਵਰ ਮੁੜ ਗਈ ਅੱਗੋਂ ਦੀ, ਅਗਰ ਬਿਲਕੁਲ ਨੀਅਰ ਬਾਏ ਕੋਈ ਰੂਟ ਹੋਵੇ ਜਿੱਥੋਂ ਰਿਵਰ ਟਰਨ ਹੋ ਗਈ ਆ, ਉੱਥੇ ਅਸੀਂ ਉਹ ਰੂਟ ਥੋੜਾ ਜਿਹਾ ਚੇਂਜ ਕਰ ਸਕਦੇ ਹਾਂ। ਉਹ ਚਾਹੇ ਰੂਟ ਥੋੜਾ ਬਹੁਤ ਲੰਬਾ ਵੀ ਹੋ ਜਾਏ, ਲੇਕਿਨ ਸਾਡਾ ਬ੍ਰਿਜ ਜਿਹੜਾ ਉੱਥੇ ਬ੍ਰਿਜ ਬਣਾਉਣਾ ਅਵੋਇਡ ਹੋ ਜਾਏਗਾ। ਸੋ ਉਹ ਸਾਡੇ ਲਈ ਉਨਾ ਹੀ ਬੈਨੀਫਿਸ਼ੀਅਲ ਰਹੇਗਾ, ਰੋਡ ਬਣਾਉਣ 'ਚ ਉਨਾ ਹੀ ਇਕਨੋਮਿਕਲ ਪਏਗਾ। ਦੈਨ ਅਗਲਾ ਪੁਆਇੰਟ ਕਹਿੰਦਾ ਇਫ ਰੋਡ ਹੈਜ਼ ਇਹ ਕ੍ਰੋਸ ਰੋਫ, ਹਾਂ ਅਗਰ ਉੱਥੇ ਹਿਲਸ ਵਗੈਰਾ ਹੈਗੀਆਂ, ਮਾਊਂਟੇਨਸ ਹੈਗੀਆਂ, ਮਾਊਂਟੇਨ ਪਾਸ ਵਗੈਰਾ, ਆਪਾਂ ਉਹਦਾ ਜਿਹੜਾ ਹਿਲਸ ਹੈ ਹਿਲਸ ਨੂੰ ਕ੍ਰੋਸ ਕਰਨਾ ਅਸੀਂ ਅਵੋਇਡ ਕਰਨਾ। ਅਗਰ ਹਿਲ ਦੇ ਸਾਈਡਸ ਤੋਂ ਕਿਤੋਂ ਦੀ ਰਸਤਾ ਨਿਕਲ ਸਕਦਾ ਤਾਂ ਉੱਥੋਂ ਦੀ ਕੱਟਣਾ ਅਸੀਂ ਪ੍ਰੈਫਰੈਂਸ ਦੇਣੀ। ਮੈਪ ਸਟੱਡੀ ਗਿਵਸ ਅ ਰਫ ਗਾਈਡੈਂਸ of the routes to be further surveyed in the field। ਕਹਿੰਦਾ ਇਹ ਮੈਪ ਸਟੱਡੀ ਜਿਹੜੀ ਹੈ ਇੱਕ ਤਰ੍ਹਾਂ ਦਾ ਰਫ ਆਈਡੀਆ ਦਿੰਦੀ ਹੈ ਸਾਨੂੰ। ਇਹ ਨਹੀਂ ਕਿ ਵੀ ਆਪਾਂ ਮੈਪ ਸਟੱਡੀ ਕਰ ਲਿਆ ਤਾਂ ਫਾਈਨਲ ਕਰਤਾ ਰੂਟ। ਮੈਪ ਸਟੱਡੀ ਕਰਕੇ ਉਹਦੇ ਉੱਤੇ ਆਪਾਂ 3 ਜਾਂ 4 ਰੂਟ ਆਪਾਂ ਫਾਈਨਲ ਕਰਦੇ ਨੇ ਕਿ ਇਹਨਾਂ ਰੂਟਸ 'ਚੋਂ ਆਪਾਂ ਕੋਈ ਨਾ ਕੋਈ ਰੂਟ ਫਾਈਨਲ ਕਰਨਾ। ਸੋ ਉਸ ਤੋਂ ਬਾਅਦ ਅੱਗੇ ਜਾ ਕੇ ਆਪਾਂ ਹਾਈਵੇ ਦੀ ਲੋਕੇਸ਼ਨ ਨੂੰ ਫਾਈਨਲ ਕਰਨ ਲਈ ਇਹਦੇ 3 ਸਰਵੇ ਕਰਦੇ ਹਾਂ, 3 ਮੇਨ ਸਰਵੇ ਕਰਦੇ ਹਾਂ। ਨੰਬਰ 1 ਇਜ਼ ਰੈਕੋਨਾਈਜ਼ੈਂਸ ਸਰਵੇ, ਨੰਬਰ 1 ਇਜ਼ ਰੈਕੋਨਾਈਜ਼ੈਂਸ ਸਰਵੇ, ਨੰਬਰ 2 ਇਜ਼ preliminary survey, and number 3 is location survey, location survey। so ਇਹ ਤਿੰਨੋਂ ਸਰਵੇਸ ਦੇ ਬਾਰੇ ਆਪਾਂ ਅੱਜ ਡਿਸਕਸ ਕਰਾਂਗੇ। ਸੋ ਨੰਬਰ 1 ਇਜ਼ ਰੈਕੋਨਾਈਜ਼ੈਂਸ ਸਰਵੇ। ਰੈਕੋਨਾਈਜ਼ੈਂਸ ਸਰਵੇ ਕੀ ਹੈ? ਕਹਿੰਦਾ ਇਹ preliminary and rapid examination of the region with reference to its natural features without the help of instruments is termed as reconnaissance। reconnaissance survey ਕੀ ਆ ਕਿ ਆਪਾਂ ਕੋਈ ਡੰਪੀ ਲੈਵਲ, ਕੋਈ ਹੋਰ ਥੈਡੋਲਾਈਟ ਜਾਂ ਕੋਈ ਡਿਜੀਟਲ ਥੈਡੋਲਾਈਟ ਵਗੈਰਾ ਕੁਛ ਨਾਲ ਨਹੀਂ ਲੈ ਕੇ ਗਏ, ਜਾਂ ਕੋਈ ਟੇਪਸ ਵਗੈਰਾ ਨਹੀਂ ਲੈ ਕੇ ਗਏ, ਆਪਾਂ ਖਾਲੀ ਇੱਥੇ ਗਏ ਆ ਜਨਰਲ ਉੱਥੇ ਘੁੰਮ ਫਿਰ ਕੇ ਜਿਹੜਾ ਆਪਾਂ ਸਰਵੇ ਕੀਤਾ, ਘੁੰਮ ਫਿਰ ਕੇ ਆਪਾਂ ਰਫ ਸਰਵੇ ਕੀਤਾ, ਦੈਟ ਇਜ਼ ਨੋਨ ਐਜ਼ ਰੈਕੋਨਾਈਜ਼ੈਂਸ ਸਰਵੇ। ਸੋ ਇਹ ਜਿਹੜਾ ਮਿਲਟਰੀ ਦੀ ਲੈਂਗੁਏਜ ਦੇ ਵਿੱਚ, ਮਿਲਟਰੀ ਦੀ ਲੈਂਗੁਏਜ ਦੇ ਵਿੱਚ ਇਸ ਸਰਵੇ ਨੂੰ ਰੈਕੀ ਕਿਹਾ ਜਾਂਦਾ। ਰੈਕੀ, RECCI, ਰੈਕੀ। ਮਿਲਟਰੀ ਵਾਲੇ ਇਹਨੂੰ ਰੈਕੀ ਕਹਿੰਦੇ ਆ ਜੀ ਮਿਲਟਰੀ ਲੈਂਗੁਏਜ 'ਚ। ਉਹ ਉਹਨਾਂ ਦਾ ਉੱਥੇ ਕਾਫੀ ਤਰ੍ਹਾਂ ਦੇ ਸਰਵੇ ਹੁੰਦੇ ਮਿਲਟਰੀ 'ਚ। ਅਗਰ ਤੁਸੀਂ ਦੇਖਿਆ ਹੋਏਗਾ ਕਿ ਉੱਥੇ ਮਿਲਟਰੀ 'ਚ ਸਡਨ ਉੱਥੇ ਰੋਡ ਬਣਾਉਣੀ ਪੈ ਜਾਂਦੀ ਹੈ, ਕਦੀ ਕੁਛ ਹੋ ਜਾਂਦਾ। ਸੋ ਉੱਥੇ ਪਹਿਲਾਂ ਘੁੰਮ ਫਿਰ ਕੇ ਸਰਵੇ ਕਰਦੇ, ਇੱਕ ਰੈਕੀ ਕਰਦੇ ਉੱਥੇ ਦੀ, ਉਸ ਏਰੀਏ ਦੀ। ਉਸੇ ਤਰ੍ਹਾਂ ਨਾਲ ਅਸੀਂ ਰੋਡ ਬਣਾਉਣ ਲਈ ਪਹਿਲਾਂ ਇੱਕ ਰੈਕੀ ਕਰਨੀ, ਉਸ ਏਰੀਏ ਦੀ ਰੈਕੋਨਾਈਜ਼ੈਂਸ ਸਰਵੇ ਕਰਨਾ। ਉਹਦੇ 'ਚ ਨੋਟ ਕੀ ਕਰਨਾ ਕਿ ਉਹਨਾਂ 'ਚ ਇਹਨਾਂ 'ਚੋਂ ਕਿਹੜੇ ਫੀਚਰਸ ਹੈਗੇ ਆ। ਉਸ ਅਗਰ ਆਪਾਂ ਕੋਈ ਇੱਕ ਰੂਟ ਫਾਈਨਲ ਕਰਦੇ ਹਾਂ ਜਾਂ 2 ਰੂਟ ਕੋਈ ਫਾਈਨਲ ਕੀਤੇ ਆਪਾਂ ਆਪਣੇ ਮੈਪ ਤੇ, ਜਾਂ 4 ਰੂਟ ਫਾਈਨਲ ਕੀਤੇ, ਜਿੰਨੇ ਵੀ ਅਲਟਰਨੇਟਿਵ ਆਪਾਂ ਰੂਟਸ ਫਾਈਨਲ ਕੀਤੇ, ਉਹਨਾਂ ਪੂਰੇ ਦੇ ਪੂਰੇ ਰੂਟਸ, ਜਿੱਦਾਂ ਮੈਂ ਕਿਹਾ ਕਿ ਜਲੰਧਰ ਤੋਂ ਅੰਮ੍ਰਿਤਸਰ ਦੀ ਆਪਾਂ ਰੋਡ ਬਣਾਉਣੀ, ਜਲੰਧਰ ਤੋਂ ਅੰਮ੍ਰਿਤਸਰ ਦੇ ਵਿੱਚ ਜਿਹੜੀ ਆਪਾਂ ਰੋਡ ਦੇ 4-5 ਅਲਟਰਨੇਟ ਰੂਟਸ ਫਾਈਨਲ ਕੀਤੇ ਆ ਮੈਪ ਦੇ ਉੱਤੇ, ਮੈਪ ਦੇ ਉੱਤੇ ਪਹਿਲਾਂ ਉਹਨਾਂ ਦੀ ਮਾਰਕਿੰਗ ਕਰ ਲੈਣੀ। ਮਾਰਕਿੰਗ ਕਰਕੇ ਕਿੱਥੇ ਕਿੱਥੇ ਉਹਦੇ 'ਚ ਵੈਲੀ ਹੈਗੀ ਹੈ, ਕਿੱਥੇ ਕਿੱਥੇ ਪੌਂਡ ਹੈ, ਕਿੱਥੇ ਲੇਕ ਹੈ, ਕਿਤੇ ਮਾਰਸ਼ੀ ਲੈਂਡ, ਮਾਰਸ਼ੀ ਮੀਨਸ ਗਾਰਾ ਵਗੈਰਾ ਹੈਗਾ ਉੱਥੇ ਜ਼ਿਆਦਾ, ਕਿਤੇ ਹਿਲਸ ਆ ਰਹੀਆਂ, ਕਿਤੇ ਪਰਮਾਨੈਂਟ ਸਟਰਕਚਰਸ ਹੈਗੇ ਉਹਦੇ ਵਿੱਚ, ਜਾਂ ਹੋਰ ਕੋਈ ਓਬਸਟਰਕਸ਼ਨਸ ਆ ਰਹੀਆਂ ਜੀ, ਕੋਈ ਪੇੜ ਹੈ, ਕੋਈ ਜੰਗਲ ਹੈ ਵਿੱਚ, ਜਾਂ ਹੋਰ ਕੋਈ ਕਿਸੇ ਤਰ੍ਹਾਂ ਦੀ ਓਬਸਟਰਕਸ਼ਨ ਹੈਗੀ ਆ ਜਿਹੜੀ ਸਾਡੀ ਰੋਡ ਦੇ ਕੰਮ 'ਚ ਦਿੱਕਤ ਕ੍ਰੀਏਟ ਕਰੇਗੀ। ਦੈਨ ਇਹਦੇ ਓਬਸਟਰਕਸ਼ਨਸ ਦੇ ਵਿੱਚ ਕੀ ਆ ਸਕਦਾ, ਜਿੱਦਾਂ ਕੋਈ ਬਹੁਤ ਹੀ ਜ਼ਿਆਦਾ ਮਾਨਤਾ ਪ੍ਰਾਪਤ ਕੋਈ ਮੰਦਿਰ ਹੈਗਾ, ਗੁਰਦੁਆਰਾ ਹੈਗਾ, ਮਸਜਿਦ ਹੈਗਾ, ਜਿਹਨੂੰ ਅਸੀਂ ਢਾਹ ਨਹੀਂ ਸਕਦੇ। ਸੋ ਉਹਨਾਂ ਚੀਜ਼ਾਂ ਨੂੰ ਵੀ ਸਾਨੂੰ ਅਵੋਇਡ ਕਰਨਾ ਪੈਣਾ ਉੱਥੇ। ਮੈਂ ਦੱਸਦਾ ਕਿ ਇੱਕ ਕਿਤੇ ਮੇਰੀ ਡਿਊਟੀ ਸੀਗੀ, ਕਿਤੇ ਆਪਾਂ ਰੋਡ ਬਣਾ ਰਹੇ ਸੀਗੇ, ਤੇ ਉਹ ਰੋਡ ਦੇ ਵਿੱਚ ਸਾਰੀ ਦੀ ਸਾਰੀ ਰੋਡ ਬਣ ਗਈ, ਇੱਕ ਛੋਟਾ ਜਿਹਾ ਟੋਟਾ ਸਾਨੂੰ ਛੱਡਣਾ ਪਿਆ ਉੱਥੇ, ਉਹਨੂੰ ਡਿਵਰਟ ਕਰਨਾ ਪਿਆ ਉਹਦੇ ਪਿੱਛੇ, ਬਿਕੋਜ਼ ਉੱਥੇ ਇੱਕ ਟੈਂਪਲ ਆ ਰਿਹਾ ਸੀਗਾ ਰਸਤੇ 'ਚ। ਦਿੱਲੀ ਦੀ ਗੱਲ ਆ,
ਸੋ ਉਹਦੇ ਟੈਂਪਲ ਕਰਕੇ ਉਹ ਸਾਰੀ ਦੀ ਸਾਰੀ ਰੋਡ ਸਾਨੂੰ ਡਿਵਾਈਡ ਕਰਨੀ ਵੀ ਬਜਾਏ ਕਿ ਉਹ ਟੈਂਪਲ ਨੂੰ ਅਸੀਂ ਕਿਤੇ ਹੋਰ ਸ਼ਿਫਟ ਕਰ ਦਿੰਦੇ। ਸੋ ਉਹ ਸ਼ਿਫਟ ਅਸੀਂ ਤਾਂ ਤਿਆਰ ਸੀਗੇ ਕਰਨ ਲਈ, ਜਿਹੜਾ ਉੱਥੇ ਦਾ ਡਿਪਾਰਟਮੈਂਟ ਸੀਗਾ ਉਹ ਵੀ ਤਿਆਰ ਸੀਗਾ, ਦੈਨ ਉੱਥੇ ਦੇ ਜਿਹੜੇ ਲੋਕੀ ਸੀਗੇ ਉਹ ਇਕੱਠੇ ਹੋ ਕੇ ਓਬਜੈਕਸ਼ਨ ਕਰਦੇ ਸੀਗੇ ਕਿ ਅਸੀਂ ਇਹ ਮੰਦਿਰ ਇੱਥੇ ਨਹੀਂ ਚੱਕਣ ਦੇਣਾ, ਇਹਦੀ ਆਹ ਮਾਨਤਾ, ਇਹਦੀ ਆਹ ਮਾਨਤਾ। ਸੋ ਇੱਦਾਂ ਦੀਆਂ ਕਈ ਓਬਸਟਰਕਸ਼ਨਸ ਆਉਣੀਆਂ ਤੁਹਾਨੂੰ ਜਦੋਂ ਤੁਸੀਂ ਰੋਡ ਦਾ ਕੰਮ ਕਰਨਾ, ਕਿਉਂਕਿ ਰੋਡ ਇਹ ਤਾਂ ਹੈ ਨਹੀਂ ਹੈ ਕਿ ਇੱਕ ਗਲੀ ਬਣਾਤੀ, ਇਹ ਹਾਈਵੇ ਹੈ, ਨੈਸ਼ਨਲ ਹਾਈਵੇ। ਕਈ ਥਾਵਾਂ ਤੇ ਤੁਹਾਨੂੰ ਜਿਹੜੀ ਸਰਕਾਰੀ ਜ਼ਮੀਨ ਆ ਉਹਦੇ ਉੱਤੇ ਲੋਕਾਂ ਦਾ ਕਬਜ਼ਾ ਮਿਲਣਾ, ਕਿਤੇ ਕੋਈ ਪੁਰਾਣਾ ਘਰ ਬਣਾਇਆ ਹੋਇਆ ਕਿਸੇ ਨੇ, ਕਿਤੇ ਨੇ ਕੁਛ ਬਣਾਇਆ ਹੋਇਆ, ਉਹ ਖਾਲੀ ਨਹੀਂ ਕਰਦੇ ਛੇਤੀ ਕਿਤੇ। ਸੋ ਇਸ ਤਰ੍ਹਾਂ ਦੀਆਂ ਕਈ ਓਬਸਟਰਕਸ਼ਨਸ ਆਉਣੀਆਂ। ਪਿੱਛੇ ਤੁਸੀਂ ਦੇਖਿਆ ਹੋਣਾ ਕਿ ਕਰਤਾਰਪੁਰ ਦੇ ਕੋਲ ਜਦੋਂ ਆ ਰੋਡ ਬਣੀ ਆ ਸਾਰੀ, ਇਹ ਨੈਸ਼ਨਲ ਹਾਈਵੇ ਚੌੜੀ ਕੀਤੀ ਇਹਨਾਂ ਨੇ, ਨਵੀਂ ਬਣਾਈ ਸਾਰੀ। ਸੋ ਕਰਤਾਰਪੁਰ ਦੇ ਕੋਲ ਕਾਫੀ ਸਾਰੀਆਂ ਦੁਕਾਨਾਂ ਤੁਸੀਂ ਦੇਖੀਆਂ ਹੋਣੀਆਂ, ਜਿਹੜੀ ਦੁਕਾਨਾਂ 25-25 30-30 ਫੁੱਟ ਸੀਗੀਆਂ ਉਹ 2-2 4-4 ਫੁੱਟ ਦੀਆਂ ਰਹਿ ਗਈਆਂ, ਇਕੱਲਾ ਸ਼ਟਰ ਹੀ ਨਜ਼ਰ ਆਉਂਦਾ ਉਹ ਦੁਕਾਨਾਂ ਦਾ। ਪਿਛਲੀ ਕੰਧ ਨਜ਼ਰ ਆਉਂਦੀ ਤੇ ਮੋਹਰੇ ਸ਼ਟਰ ਨਜ਼ਰ ਆਉਂਦਾ, ਵਿੱਚ ਕੁਛ ਵੀ ਨਹੀਂ ਡਿਸਟੈਂਸ ਹੈਗਾ ਹੁਣ ਇਸ ਟਾਈਮ। ਉਹ ਕਿਉਂ? ਸਰਕਾਰ ਨੇ ਜਦੋਂ ਰੋਡ ਬਣਾਈ ਸਭ ਨੂੰ ਨੋਟਿਸ ਦੇਤਾ ਕਿ ਆਪਣੀਆਂ ਆਪਣੀਆਂ ਦੁਕਾਨਾਂ ਖਾਲੀ ਕਰ ਦਿਓ, ਅਸੀਂ ਤੋੜਨ ਲੱਗੇ ਹਾਂ। 2-2 4-4 ਵਾਰੀ ਉਹਨਾਂ ਕੋਲ ਨੋਟਿਸ ਗਏ, ਫਿਰ ਉਹ ਦੁਕਾਨਾਂ ਤੋੜੀਆਂ ਗਈਆਂ ਸਾਰੀਆਂ। ਕਿਉਂ? ਉਹ ਕਬਜ਼ਾ ਕਰਕੇ ਬੈਠੇ ਸੀ ਸਾਰੇ। ਉਹ ਅੱਗੇ ਨੂੰ ਜਿੱਦਾਂ ਰੋਡ ਦੀ ਆਪਾਂ ਅੱਗੇ ਵੀ ਗੱਲ ਕੀਤੀ ਸੀ ਕਿ ਰੋਡ ਦੀ ਫਰਦਰ ਐਕਸਟੈਂਸ਼ਨ ਲਈ ਆਪਾਂ ਸਾਈਡਸ ਤੇ ਜਗ੍ਹਾ ਛੱਡੀ ਹੁੰਦੀ ਹੈ, ਉਹ ਜਗ੍ਹਾ ਤੇ ਅਗਲੇ ਲੋਕੀ ਆਪਣਾ ਕਬਜ਼ਾ ਕਰਕੇ ਬੈਠੇ ਸੀਗੇ। ਮੇਨ ਜਿਹੜਾ ਕਰਤਾਰਪੁਰ ਦਾ ਬੱਸ ਸਟੈਂਡ ਆ ਉਹਦੇ ਆਸ-ਪਾਸ ਦੀ ਮੈਂ ਗੱਲ ਕਰ ਰਿਹਾ। ਸੋ ਉਹ ਦੋਨੋਂ ਸਾਈਡਾਂ ਤੇ ਉਹ ਰੋਡਸ ਖਾਲੀ ਕਰਾਈਆਂ ਗਈਆਂ, ਉਹ ਦੁਕਾਨਾਂ ਖਾਲੀ ਕਰਾ ਕੇ ਤੋੜੀਆਂ ਗਈਆਂ। ਜਿੰਨੀ ਜਿੰਨੀ ਲੋਕਾਂ ਦੀ ਜਗ੍ਹਾ ਸੀਗੀ ਉੱਥੇ ਉੱਥੇ ਉਹ ਰਹਿ ਗਈ ਉਹਨਾਂ ਦੀ ਜਗ੍ਹਾ ਹੁਣ। ਬਾਕੀ ਐਕਸਕਿਊਜ਼ ਮੀ ਸਰ। ਹਾਂਜੀ ਸਰ ਜਿੱਦਾਂ ਜਿਨ੍ਹਾਂ ਦੀ ਪਰਸਨਲ ਪ੍ਰਾਪਰਟੀ ਹੁੰਦੀ ਹੈ ਸਰ, ਬਿਲਕੁਲ। ਜੇ ਉੱਥੋਂ ਜਦੋਂ ਉਸ ਮਤਲਬ ਉਹ ਰੋਡ ਦੇ ਵਿੱਚ ਮਤਲਬ ਉਹਨਾਂ ਐਕਸਪੈਂਡ ਕਰਨਾ, ਜੇ ਉਹ ਰੋਡ ਦੇ ਵਿੱਚ ਆ ਰਹੀ ਹੈ ਤੇ ਸਰ ਉਹਨਾਂ ਨੂੰ ਖਾਲੀ ਕਰਨਾ ਹੀ ਪੈਣਾ ਸਰ ਉਹ ਬਿਲਕੁਲ ਮਤਲਬ ਕਰਨਾ ਪੈਣਾ ਉਹਨਾਂ ਦੀ ਜੀ। ਪ੍ਰਾਪਰਟੀ। ਗੌਰਮੈਂਟ ਵੱਲੋਂ ਪਹਿਲਾਂ ਨੋਟਿਸ ਆ ਜਾਂਦਾ ਕਿ ਉਸ ਏਰੀਏ ਦੇ ਵਿੱਚ ਜਿੰਨੀ ਜੋ ਕਰੰਟ ਰੇਟ ਚੱਲਦਾ ਪਿਆ, ਜੋ ਉਸ ਏਰੀਏ ਦਾ ਰਜਿਸਟਰੀ ਦਾ ਰੇਟ ਚੱਲਦਾ ਪਿਆ, ਜੋ ਵੀ ਉੱਥੇ ਦਾ ਰੇਟ ਹੋਏਗਾ ਉਸ ਰੇਟ ਦੇ ਅਕੋਰਡਿੰਗ ਉਹਨਾਂ ਨੂੰ ਪੇਮੈਂਟ ਕੀਤੀ ਜਾਂਦੀ। ਫੋਰ ਐਗਜ਼ਾਮਪਲ ਇੱਥੇ ਆਪਣੇ ਮੈਂ ਤੁਹਾਨੂੰ ਦੱਸ ਦਿੰਦਾ, ਫੁੱਟਬਾਲ ਚੌਂਕ ਤੋਂ ਲੈ ਕੇ ਸਾਹਮਣੇ ਜਿਹੜਾ ਲਵਲੀ ਢਾਬਾ, ਫੁੱਟਬਾਲ ਚੌਂਕ ਹਾਂਜੀ ਤੋਂ ਲੈ ਕੇ ਸਾਹਮਣੇ ਤੱਕ ਜਿਹੜਾ ਲਵਲੀ ਢਾਬਾ, ਉਹ ਰੋਡ ਚੌੜੀ ਕੀਤੀ ਗਈ ਸੀ ਆ 2-3 ਸਾਲ ਪਹਿਲਾਂ ਹੀ। ਉਹ ਡਬਲ ਕਰਤੀ ਸੀ ਰੋਡ, ਪਹਿਲਾਂ ਸਿੰਗਲ ਜੀ ਹੁੰਦੀ ਸੀ। ਉਹ ਰੋਡ ਜਦੋਂ ਚੌੜੀ ਕੀਤੀ, ਉੱਥੇ ਦੇ ਲੋਕਾਂ ਨੂੰ ਜਿੱਥੇ ਉਹਨਾਂ ਦੀਆਂ ਦੁਕਾਨਾਂ ਆਈਆਂ ਜਾਂ ਘਰ ਆਏ ਵਿੱਚ, ਉਹ ਸਾਰਾ ਕੁਛ ਚੱਕਤਾ। ਉਹ ਅੱਧੀਆਂ ਦੁਕਾਨਾਂ ਟੁੱਟ ਗਈਆਂ ਉਹਨਾਂ ਦੀਆਂ। ਉੱਥੇ ਤੁਸੀਂ ਦੇਖਿਆ ਹੋਣਾ ਉਹ ਜਿਹੜੇ ਕੋਟਨ ਫਿਲ ਕਰਦੇ ਆ ਉਹ ਵੀ ਦੁਕਾਨਾਂ ਚੱਕੀਆਂ ਗਈਆਂ। ਉਰੇ ਪ੍ਰੋਪਰਟੀ ਡੀਲਰ ਵਗੈਰਾ ਹੈਗੇ ਆ, ਉਹ ਅੱਧੀਆਂ ਰਹਿ ਗਈਆਂ ਦੁਕਾਨਾਂ। ਉਹਨਾਂ ਨੂੰ ਉਸ ਏਰੀਏ ਦੇ ਹਿਸਾਬ ਨਾਲ ਜੋ ਕਰੰਟ ਰੇਟ ਚੱਲਦਾ ਪਿਆ, ਉਹ ਜਿੰਨੀ ਉਹਨਾਂ ਦੀ ਪ੍ਰੋਪਰਟੀ ਵੇਚ ਆਉਂਦੀ ਹੈ ਉਸ ਰੇਟ ਦੇ ਅਕੋਰਡਿੰਗ ਉਹਨਾਂ ਨੂੰ ਪੇਮੈਂਟ ਕੀਤੀ ਗਈ। ਹੁਣ ਉੱਥੇ ਨੁਕਸਾਨ ਕਿਹਦਾ ਹੋਇਆ? ਉੱਥੇ ਕਈ ਲੋਕਾਂ ਦਾ ਨੁਕਸਾਨ ਵੀ ਹੋਇਆ। ਕਿਹਦਾ ਨੁਕਸਾਨ ਹੋਇਆ? ਜਿਹੜੇ ਰੈਂਟ ਤੇ ਬੈਠੇ ਸੀਗੇ, ਜਿਹੜੇ ਕਬਜ਼ਾ ਕਰਕੇ ਬੈਠੇ ਸੀਗੇ, ਉਹ ਪੈਸੇ ਜਿਹੜੇ ਮਿਲੇ ਉਹ ਮਕਾਨ ਮਾਲਕ ਨੂੰ ਮਿਲ ਗਏ। ਪੈਸੇ ਜਿਹੜੇ ਮਕਾਨ ਮਾਲਕ ਨੂੰ ਮਿਲ ਗਏ, ਉਹ ਜਿਹੜਾ ਕਬਜ਼ਾ ਕਰਕੇ ਬੈਠੇ ਹੋਏ ਸੀ ਉਹਨਾਂ ਨੂੰ ਉਦਾਂ ਹੀ ਖਾਲੀ ਕਰਨਾ ਪੈ ਗਿਆ। ਹੁਣ ਉਹ ਟੁੱਟ ਹੀ ਗਿਆ। ਉਹ ਮਕਾਨ ਮਾਲਕ ਨੇ ਤਾਂ ਕਹਿਤਾ ਮੇਰਾ ਕੇਸ ਚੱਲਦਾ ਪਿਆ, ਖਾਲੀ ਕਰ ਦਿਓ ਸਾਰਾ ਹੀ ਬੇਸ਼ੱਕ ਮੇਰੇ ਵੱਲੋਂ। ਸੋ ਉਹ ਜਿਹੜੇ ਪੈਸੇ ਸੀਗੇ ਉਹ ਮਕਾਨ ਮਾਲਕਾਂ ਨੂੰ ਮਿਲ ਗਏ। ਜਾਂ ਹੋਰ ਕਿਹਦਾ ਨੁਕਸਾਨ ਹੋਇਆ? ਜਿਹੜੇ ਲੋਕੀ ਪ੍ਰਾਪਰਟੀ ਲੈ ਕੇ ਸਿਰਫ ਪਾਵਰ ਆਫ ਅਟੋਰਨੀ ਰੱਖ ਲੈਂਦੇ ਆ, ਰਜਿਸਟਰੀ ਨਹੀਂ ਕਰਾਈ ਜਿਨ੍ਹਾਂ ਨੇ, ਉਹ ਰਜਿਸਟਰੀ ਜਿਹਦੇ ਨਾਮ ਤੇ ਪਹਿਲੇ ਨਾਂ ਤੇ ਬੋਲਦੀ ਪਈ ਸੀ, ਉਹ ਪਹਿਲੇ ਨਾਮ ਵਾਲੇ ਨੂੰ ਪੈਸੇ ਮਿਲ ਗਏ। ਏਦਾਂ ਦੇ ਕੰਮ ਹੋਏ ਉਸ ਜਗ੍ਹਾ ਤੇ ਕਈਆਂ ਦੇ। ਸਰ। ਹਾਂਜੀ ਸਰ ਸਟਰਕਚਰ ਕਾਸਟ ਤਾਂ ਨਹੀਂ ਮਿਲਦਾ ਹੋਏਗਾ, ਔਨ ਲੈਂਡ ਕਾਸਟ ਹੀ ਮਿਲਦਾ? ਓਨਲੀ ਲੈਂਡ ਕੋਸਟ ਜਾਂ ਸਟਰਕਚਰ ਦੀ ਮਾੜੀ ਮੋਟੀ ਕੋਸਟ ਇਨਕਲੂਡਿਡ ਹੁੰਦੀ, ਬਹੁਤ ਜ਼ਿਆਦਾ ਨਹੀਂ। ਲੈਂਡ ਦੀ ਕੋਸਟ ਵੀ ਜੋ ਐਕਚੁਅਲ ਮਾਰਕੀਟ ਰੇਟ ਚੱਲਦਾ ਪਿਆ ਉਹ ਨਹੀਂ ਮਿਲਦੀ। ਮੈਂ ਦੱਸ ਰਿਹਾ ਤੁਹਾਨੂੰ, ਉਹ ਇੱਕ ਰੇਟ ਲਾ ਦਿੰਦੇ ਆਪਣਾ ਕਿ ਇਸ ਏਰੀਏ ਦਾ ਇੰਨਾ ਕੁ ਰੇਟ ਹੋਏਗਾ, ਉਹ ਮਤਲਬ ਜੋ ਮਾਰਕੀਟ ਰੇਟ ਉਸ ਤੋਂ ਥੋੜਾ ਬਹੁਤ ਘੱਟ ਹੀ ਹੁੰਦਾ। ਸੋ ਉਹ ਏਰੀਆਸ ਦੇ ਅਕੋਰਡਿੰਗ ਜੋ ਉੱਥੇ ਦਾ ਰੇਟ ਹੋਏਗਾ ਉਹ ਰੇਟ ਦੇ ਕੇ ਸਰਕਾਰ ਲੈਂਡ ਖਰੀਦ ਲੈਂਦੀ ਹੈ। ਸਿਮਿਲਰਲੀ ਕਿਤੇ ਨਵੀਂ ਰੋਡ ਬਣਾਉਣੀ ਹੈ, ਉਹਦੇ 'ਚ ਜਿੱਦਾਂ ਕੋਈ ਲੈਂਡ ਆ ਰਹੀ ਹੈ, ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀਗਾ ਕਿ ਜਦੋਂ ਕਿਤੇ ਨਵੀਂ ਰੋਡ ਆਪਾਂ ਕੰਸਟਰਕਟ ਕਰਨੀ ਹੈ, ਇਹ ਰੈਕੋਗਨਾਈਜ਼ੇਸ਼ਨ ਸਰਵੇ ਦੇ ਵਿੱਚ ਹੀ ਆਉਣਾ ਕਿ ਉਸ ਏਰੀਏ ਦੇ ਵਿੱਚ ਜਿਹੜੀ ਲੈਂਡ ਹੈ ਉਹ ਲੈਂਡ ਦੀ ਕੋਸਟ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ, ਜ਼ਿਆਦਾ ਕੋਸਟ ਨਹੀਂ ਹੋਣੀ ਚਾਹੀਦੀ ਉਸ ਏਰੀਆ ਦੇ ਵਿੱਚ। ਪਿੱਛੇ ਆਪਾਂ ਇੱਕ ਲੈਕਚਰ 'ਚ ਗੱਲ ਵੀ ਕੀਤੀ ਸੀਗੀ, ਚੰਡੀਗੜ੍ਹ ਦੇ ਕੋਲ ਜਿਹੜੀ ਨਵੀਂ ਰੋਡ ਬਣਾਈ ਗਈ ਹੈ, ਏਅਰਪੋਰਟ ਵਾਲੀ ਰੋਡ ਮੈਂ ਗੱਲ ਕਰ ਰਿਹਾ, ਏਅਰਪੋਰਟ ਦੀ ਰੋਡ, ਬਾਹਰੋਂ ਬਾਹਰ ਉਹ ਰੋਡ ਕੱਢੀ ਗਈ ਸਾਰੀ ਚੰਡੀਗੜ੍ਹ ਤੋਂ, ਅਗਰ ਤੁਸੀਂ ਦੇਖਿਆ ਹੋਏਗਾ। ਉਸ ਰੋਡ ਦੇ ਉੱਤੇ ਦੇਖਿਆ ਸਰ।
उस लिंक रोड रोड है के जी। आस-पास काफी सारी लैंड खरीद ली पॉलिटिकल बंदियां ने, जिन्हां ने ਉਹ ਰੋਡ ਬਣਵਾਣੀ ਸ਼ੁਰੂ ਕੀਤੀ, ਉਹਨਾਂ ਨੇ ਹੀ ਉਹਦੇ ਆਸ-ਪਾਸ ਦੀ ਸਾਰੀ ਲੈਂਡ ਖਰੀਦ ਲਈ। ਉਹਦਾ ਰੀਜ਼ਨ ਕਿ ਜਦੋਂ ਅੱਗੋਂ ਦੀ ਨੈਸ਼ਨਲ ਹਾਈਵੇ ਨਿਕਲ ਗਈ ਤੇ ਰੋਡ ਦੇ ਰੇਟ ਡਬਲ ਤੋਂ ਵੀ ਉੱਪਰ ਹੋ ਜਾਂਦੇ ਆ। ਜੇ ਉੱਥੇ 5 ਲੱਖ ਰੁਪਏ ਮਰਲਾ ਹੋਏਗੀ ਜਗ੍ਹਾ, ਇਸ ਟਾਈਮ ਉੱਤੇ 15 ਤੋਂ 20 ਲੱਖ ਰੁਪਏ ਮਰਲਾ ਰੇਟ ਹੋਣਾ। ਸੋ ਉਹ ਲੋਕਾਂ ਨੇ ਇਸ ਕੰਮ ਲਈ ਪਹਿਲਾਂ ਉੱਥੇ ਆਪਣੇ ਹੋਟਲਸ ਵੀ ਬਣਾ ਲਏ, ਪੋਲੀਟੀਕਲ ਬੰਦਿਆਂ ਨੇ ਆਪਣੇ ਹੋਟਲਸ ਵੀ ਬਣਾ ਲਏ। ਦੈਨ ਉੱਥੇ ਸਾਈਡ ਸੇ ਲੈਂਡਸ ਵੀ ਕਾਫੀ ਸਾਰੀ ਖਰੀਦ ਲਈ ਹੈ। ਦੈਨ ਹੁਣ ਉੱਥੇ ਦੀ ਰੋਡ ਕੱਢਤੀ, ਬਾਅਦ ਚ ਰੋਡ ਬਾਅਦ ਚ ਕੱਢੀ ਅੱਗੋਂ। ਔਰ ਉਹ ਪਤਾ ਸੀ ਉਹਨਾਂ ਨੂੰ ਕਿ ਆਪਣੀ ਗੌਰਮੈਂਟ ਹੈ, ਜਿੱਦਾਂ ਮਰਜ਼ੀ ਕਰ ਲਾਂਗੇ। ਉਹ ਕੱਢ ਲਈ ਉਹਨਾਂ ਨੇ, ਰੋਡਸ ਵੀ ਕਢਾਤੀਆਂ ਉਹਦੇ ਅੱਗੋਂ, ਔਰ ਉਹ ਰੇਟ ਡਬਲ ਤੋਂ ਵੀ ਟ੍ਰਿਪਲ ਵੀ ਹੋ ਗਏ। ਸੋ ਇਸ ਤਰ੍ਹਾਂ ਨਾਲ ਵੀ ਲੈਂਡਸ ਦਾ ਹੁੰਦਾ। ਸੋ ਕਈਆਂ ਦੀ ਲੋਟਰੀ ਲੱਗ ਜਾਂਦੀ ਆ, ਕਈ ਬਿਲਕੁਲ ਰੁਲ ਜਾਂਦੇ ਆ। ਕਿਉਂਕਿ ਤੁਸੀਂ ਦੇਖਿਆ ਹੋਏਗਾ ਚੰਡੀਗੜ੍ਹ 'ਚ ਜਦੋਂ ਆਪਾਂ ਜਾਂਦੇ ਮੈਂ ਇੱਥੋਂ ਦੀ ਤਕਰੀਬਨ ਕਹਿ ਲਓ ਤੁਸੀਂ ਰਸਤੇ 'ਚ ਜਗ੍ਹਾ ਆਉਂਦੀ ਜਿਹੜੀ, ਕੀ ਨਾਮ ਉੱਥੇ ਜਿੱਥੇ ਆ ਹੁਸ਼ਿਆਰਪੁਰੀਆਂ ਦਾ ਢਾਬਾ ਵੀ ਹੈਗਾ ਇੱਕ, ਪਤਾ ਕਿ ਨਹੀਂ? ਹਾਂਜੀ ਸਰ। ਕੀ ਜਗ੍ਹਾ ਦਾ ਕੀ ਨਾਮ? ਬਲਾਚੌਰ। ਬਲਾਚੌਰ, ਬਲਾਚੌਰ ਦੇਖਿਆ ਕਿਸੇ ਨੇ? ਹਾਂਜੀ ਹਾਂਜੀ ਸਰ, ਹਾਂਜੀ। ਬਲਾਚੌਰ ਦਾ ਜਿਹੜਾ ਇੱਕ ਸ਼ਾਰਪ ਟਰਨ ਆਉਂਦਾ, ਉਸ ਸ਼ਾਰਪ ਟਰਨ ਨੂੰ ਅਵੋਇਡ ਕੀਤਾ ਗਿਆ ਇਸ ਰੋਡ ਦੇ ਵਿੱਚ। ਤੁਸੀਂ ਅਗਰ ਪਹਿਲੇ ਜਾਂਦੇ ਹੋਗੇ ਚੰਡੀਗੜ੍ਹ, ਇੱਕ ਸ਼ਾਰਪ ਟਰਨ ਆਉਂਦਾ ਬਲਾਚੌਰ ਦੀ ਐਂਟਰੀ ਤੇ ਹੀ, ਉਹਦੇ ਸਾਈਡ ਤੇ ਮੈਕਡੋਨਲ ਆ। ਘੁੱਗੀ ਦਾ, ਘੁੱਗੀ ਜਿਹੜਾ ਹੈਗਾ ਇੱਕ ਆਪਣਾ ਪੰਜਾਬੀ ਐਕਟਰ, ਉਹਦਾ ਹੀ ਉੱਥੇ ਹਾਂਜੀ ਸਰ, ਹਾਂਜੀ। ਮੈਕਡੋਨਲ ਵਗੈਰਾ ਜਾਂ ਹੋਰ ਵੀ ਉਹਦੇ ਨਾਲ ਕਾਫੀ ਰੈਸਟੋਰੈਂਟਸ ਖੋਲੇ ਹੋਏ ਆ। ਸੋ ਉਹ ਜਿਹੜਾ ਉਹਦੇ ਅੱਗੋਂ ਦੀ ਉਹਨਾਂ ਨੇ ਰੋਡ ਦੀ ਕਾਫੀ ਹਾਈਟ ਕਰਤੀ ਆ, ਉਹਦੀ ਵੈਲਿਊ ਖਤਮ ਹੋ ਗਈ ਹੁਣ ਸਾਰੀ। ਉਹ ਜਿਹੜਾ ਮੈਕਡੋਨਲ ਸੀਗਾ ਉਹਦਾ ਰਸਤਾ ਹੀ ਨਹੀਂ ਰੱਖਿਆ ਉੱਥੇ ਐਂਟਰੀ ਦਾ। ਸੋ ਉਹਦੀ ਵੈਲਿਊ ਹੀ ਖਤਮ ਹੋ ਗਈ ਟੋਟਲੀ। ਉਸ ਲੈਂਡ ਦੀ ਵੈਲਿਊ ਤਕਰੀਬਨ ਉਹਦੇ ਹਿਸਾਬ ਨਾਲ ਖਤਮ ਹੋ ਗਈ। ਜੋ ਉਹਦਾ ਕੰਮ ਚੱਲਦਾ ਪਿਆ ਸੀਗਾ, ਹੁਣ ਨੈਚੁਰਲੀ ਕਿ ਰੋਡ ਤੋਂ ਉਤਰ ਕੇ ਕੋਈ ਸਪੈਸ਼ਲੀ ਤਾਂ ਬਹੁਤ ਹੀ ਰੇਅਰ ਚਾਂਸ ਹੋਏਗਾ ਕੋਈ ਜਾਏਗਾ। ਅਗਰ ਰੋਡ ਦੇ ਬਿਲਕੁਲ ਉੱਪਰੋਂ ਦੀ ਰਸਤਾ ਕੱਢਿਆ ਹੁੰਦਾ ਤੇ ਆਰਾਮ ਨਾਲ ਲੋਕੀ ਜਾਂਦੇ ਸੀਗੇ ਉੱਥੇ ਖਾਣ ਪੀਣ ਜਾਂਦੇ ਸੀਗੇ। ਜਿਹੜੇ ਵੀ ਆਪਾਂ ਗੱਲ ਕੀਤੀ ਕਿ ਥੋੜੇ ਥੋੜੇ ਡਿਸਟੈਂਸ ਤੇ ਕੋਈ ਨਾ ਕੋਈ ਢਾਬੇ ਰੈਸਟੋਰੈਂਟਸ ਖੁੱਲੇ ਹੁੰਦੇ ਆ, ਉਹਨਾਂ ਦਾ ਕਾਰਨ ਇਹੀ ਹੁੰਦਾ। ਸੋ ਇਹ ਚੀਜ਼ਾਂ ਸਾਰੀਆਂ ਦੀਆਂ ਸਾਰੀਆਂ ਆਪਾਂ ਰੋਡ ਦੀ ਅਲਾਈਨਮੈਂਟ ਦੇ ਵਿੱਚ ਅਵੋਇਡ ਕਰਨੀਆਂ। ਗ੍ਰੇਡੀਐਂਟ ਜਿਹੜਾ ਉਹਦਾ ਇੱਕ ਪ੍ਰੋਪਰ ਹੋਣਾ ਚਾਹੀਦਾ, ਲੈਂਥ ਆਫ ਗ੍ਰੇਡੀਐਂਟ ਐਂਡ ਰੇਡੀਅਸ ਆਫ ਕਰਵ ਇੱਕ ਪ੍ਰੋਪਰ ਹੋਣੀ ਚਾਹੀਦੀ, ਇਹਨਾਂ ਦੀ ਵੈਲਿਊਜ਼ ਹੁੰਦੀ ਹੈ ਜੀ। ਸੋ ਨੈਸ਼ਨਲ ਹਾਈਵੇ ਜਿਹੜੀ ਨੰਬਰ ਐਂਡ ਦਾ ਟਾਈਪ ਆਫ ਦਾ ਕ੍ਰੋਸ ਡਰੇਨੇਜ ਸਟਰਕਚਰਸ, ਆਪਾਂ ਹੁਣੇ ਮੈਂ ਗੱਲ ਕੀਤੀ ਕਿ ਰੈਕੋਗਨਾਈਜ਼ੇਸ਼ਨ ਸਰਵੇ ਦੇ ਵਿੱਚ ਆਪਾਂ ਕੀ ਕੀ ਚੀਜ਼ਾਂ ਨੋਟ ਕਰਨੀਆਂ। ਪਹਿਲਾ, ਨੰਬਰ ਐਂਡ ਟਾਈਪ ਆਫ ਕ੍ਰੋਸ ਡਰੇਨੇਜ ਸਟਰਕਚਰਸ ਮੀਨਸ ਜਿੱਥੋਂ ਦੀ ਸਾਨੂੰ ਸਟਰਕਚਰ ਕ੍ਰੋਸ ਕਰਕੇ ਜਾਣਾ ਪਏਗਾ। ਮੀਨਸ ਕੋਈ ਰੀਵਰ ਆ ਰਹੀ ਹੈ, ਕੋਈ ਵੈਲੀ ਆ ਰਹੀ, ਕੋਈ ਖਾਈ ਆ ਰਹੀ, ਕੋਈ ਨਾਲਾ ਆ ਰਿਹਾ, ਉਹਨੂੰ ਅਸੀਂ ਕਿੱਦਾਂ ਕ੍ਰੋਸ ਕਰਨਾ। ਸੈਕਿੰਡ, ਉੱਥੇ ਹਾਈ ਫਲੱਡ ਲੈਵਲ, ਕਿ ਉੱਥੇ ਪੂਰਾ ਦਾ ਪੂਰਾ ਉਹਦਾ ਰਿਕਾਰਡ ਨੋਟ ਕਰਨਾ ਕਿ ਪਿਛਲੇ ਟਾਈਮ ਡਿਊਰੇਸ਼ਨ ਦੇ ਵਿੱਚ ਕਿ ਫਲੱਡਸ ਆਏ ਆ ਤੇ ਕਿੰਨੇ ਲੈਵਲ ਤੱਕ ਆਏ ਆ। ਉਹ ਆਸ-ਪਾਸ ਲੋਕਾਂ ਨੂੰ ਪਤਾ ਕਰਨਾ, ਬਜ਼ੁਰਗ ਜਿਹੜੇ ਉੱਥੇ ਦੇ ਉਹਨਾਂ ਤੋਂ ਪਤਾ ਕਰਨਾ। ਉੱਥੇ ਦੇ ਜਿਹੜਾ ਰਿਕਾਰਡ ਨੋਟ ਕੀਤਾ ਜਾਂਦਾ ਹੈ ਇਸਦਾ, ਪਾਣੀ ਦਾ ਇਰੀਗੇਸ਼ਨ ਡਿਪਾਰਟਮੈਂਟ ਕੋਲ ਸਾਰਾ ਰਿਕਾਰਡ ਹੁੰਦਾ ਕਿ ਫਲੱਡਸ ਵਗੈਰਾ ਆਏ ਆ ਤੇ ਕਿੰਨਾ ਆਏ ਇਸ ਲੈਵਲ 'ਚ, ਕਿੰਨੇ ਲੈਵਲ ਤੱਕ ਫਲੱਡ ਆਇਆ, ਉਹ ਸਾਰਾ ਕੁਝ ਨੋਟ ਕਰਨਾ। ਰੀਜ਼ਨ, ਅਗਰ ਫਲੱਡ ਦਾ ਲੈਵਲ ਉੱਚਾ ਤਾਂ ਉਨੀ ਸਾਨੂੰ ਰੋਡ ਉਸ ਤੋਂ ਉੱਚੀ ਰੱਖਣੀ ਪੈਣੀ, ਕਿਉਂਕਿ ਨੈਸ਼ਨਲ ਹਾਈਵੇ ਬਣਾ ਰਹੇ ਆ ਉਹ ਫਲੱਡ ਲੈਵਲ ਤੋਂ ਉੱਚੀ ਹੋਣੀ ਚਾਹੀਦੀ, ਪਿਛਲੇ ਫਲੱਡ ਲੈਵਲ ਤੋਂ ਕਾਫੀ ਉੱਪਰ ਰੱਖਣੀ ਪੈਣੀ ਸਾਨੂੰ, ਤਾਂ ਕਿ ਬਾਈ ਚਾਂਸ ਐਤਕੀ ਕੋਈ ਫਲੱਡ ਆਉਂਦਾ ਤੇ ਸਾਡੀ ਰੋਡ ਘੱਟੋ ਘੱਟ ਰੋਡ ਨੂੰ ਤਾਂ ਡਿਸਟਰਬੈਂਸ ਨਾ ਆਵੇ। ਏਰੀਆ ਡੁੱਬਦਾ ਥੋੜਾ ਬਹੁਤ ਤੇ ਰੋਡ ਤੋਂ ਹੀ ਲੋਕਾਂ ਨੇ ਬਾਹਰ ਜਾਣਾ। ਅਗਰ ਰੋਡ ਹੀ ਡੁੱਬੀ ਹੋਏਗੀ ਤੇ ਲੋਕੀ ਨਿਕਲਣਗੇ ਕਿੱਦਾਂ? ਸੋ ਇਸ ਕਰਕੇ ਜਿਹੜੀ ਸਾਡੀ ਨੈਸ਼ਨਲ ਹਾਈਵੇ ਆ ਉਹਦਾ ਲੈਵਲ ਇਸ ਤੋਂ ਉੱਚਾ ਹੋਣਾ ਚਾਹੀਦਾ, ਉਹਦਾ ਲੈਵਲ ਇਸ ਤੋਂ ਉੱਚਾ ਹੋਣਾ ਚਾਹੀਦਾ। ਉਹਦਾ ਕਾਰਨ ਇਹੀ ਹੈ। ਦੈਨ ਅਗਲਾ ਹੈਗਾ ਜੀ ਸੋਇਲ ਕਰੈਕਟਰਿਸਟਿਕਸ। ਉੱਥੇ ਦੀ ਸੋਇਲ ਕਰੈਕਟਰਿਸਟਿਕਸ ਕੀ ਨੇ, ਉਸ ਏਰੀਆ ਦੀਆਂ ਸੋਇਲ ਕਰੈਕਟਰਿਸਟਿਕਸ ਕੀ ਨੇ, ਕਿ ਮਿੱਟੀ ਦੀਆਂ ਕਰੈਕਟਰਿਸਟਿਕਸ ਕੀ ਨੇ, ਕਿ ਮਿੱਟੀ ਬਿਲਕੁਲ ਉਹ ਤਾਂ ਨਹੀਂ ਹੈਗੀ, ਗਾਰਾ ਤਾਂ ਨਹੀਂ ਹੈਗੀ, ਕਾਈ ਤਾਂ ਨਹੀਂ ਹੈਗੀ ਉੱਥੇ ਸਾਰੀ ਹਰਿਆਲੀ। ਤੁਸੀਂ ਦੇਖਿਆ ਹੋਣਾ, ਕਾਈ ਦੇਖੀ ਹੋਣੀ ਸਾਰਿਆਂ ਨੇ, ਕਈਆਂ ਨੇ। ਉਹਦੇ ਚ ਕੀ ਆ, ਮਿੱਟੀ ਤੇ ਪੈਰ ਰੱਖੋ, ਦਲਦਲੀ ਜਿਹੜੀ ਮਿੱਟੀ ਹੁੰਦੀ ਉਹ ਪੈਰ ਰੱਖੋ, ਉਹ ਵੀ ਥੱਲੇ ਨੂੰ ਧੱਸਦਾ ਜਾਂਦਾ। ਉਹਨੂੰ ਟਰੀਟ ਕਰਨ ਲਈ ਬਹੁਤ ਜ਼ਿਆਦਾ ਖਰਚਾ ਆ ਜਾਣਾ ਸਾਡਾ। ਉਹਦੀ ਬੇਅਰਿੰਗ ਸਟਰੈਂਥ ਜ਼ਿਆਦਾ ਹੋਣੀ ਚਾਹੀਦੀ ਹੈ। ਓਏ ਦੀਪਕ, ਦੀਪक कुमार,
जीवा और हमारे इसके साथ जो है वो बन जाएगा ना, दूसरा टीका थोड़ी बन ਅੱਜ ਤੋਂ ਬਾਅਦ ਜਿਹੜਾ ਮੇਰੀ ਕਲਾਸ 'ਚ ਇੱਦਾਂ ਜਿਹਦਾ ਮਾਈਕ ਔਨ ਹੋਇਆ ਪਿੱਛੋਂ ਬੋਲਦੇ ਹੋਏਗੇ ਮੈਂ ਕਲਾਸ 'ਚੋਂ ਰਿਮੂਵ ਕਰ ਦਿਆ ਕਰਨਾ ਉਹਨੂੰ। ਆ ਦੀਪਕ ਨੂੰ ਮੈਂ ਹੁਣ ਰਿਮੂਵ ਕਰਤਾ ਇਹਦੇ 'ਚੋਂ। ਦੈਨ ਸੋਇਲ ਕਰੈਕਟਰਿਸਟਿਕਸ ਖਾਸ ਕਰਕੇ ਆਪਾਂ ਉੱਥੇ ਦੀਆਂ ਧਿਆਨ ਰੱਖਣੀਆਂ ਰੋਡ ਦੇ ਲਈ। ਦੈਨ ਜਿਓਲੋਜੀਕਲ ਫੀਚਰਸ, ਉੱਥੇ ਦੇ ਜਿਓਲੋਜੀਕਲ ਫੀਚਰਸ ਆਪਾਂ ਸਾਰੇ ਦੇ ਸਾਰੇ ਧਿਆਨ 'ਚ ਰੱਖਣੇ ਆ। ਦੈਨ ਉੱਥੇ ਦੇ ਸੋਰਸ ਆਫ ਕੰਸਟਰਕਸ਼ਨ ਮਟੀਰੀਅਲ, ਸਟੋਨ ਕੁਐਰੀਜ਼ ਐਂਡ ਵਾਟਰ ਸੋਰਸਿਸ, ਇਹ ਸਾਰੀਆਂ ਚੀਜ਼ਾਂ ਉੱਥੇ ਨੀਅਰ ਬਾਏ ਕਿੱਥੇ ਅਵੇਲੇਬਲ ਨੇ। ਮੀਨਸ ਕੰਸਟਰਕਸ਼ਨ ਮਟੀਰੀਅਲ ਉੱਥੇ ਕਿੱਥੋਂ ਮਿਲ ਸਕਦਾ, ਕੋਈ ਸੀਮਟ, ਰੇਤਾ, ਬਜਰੀ ਉੱਥੇ ਨੀਅਰ ਬਾਏ ਕਿੱਥੋਂ ਮਿਲੇਗੀ ਸਾਨੂੰ। ਸਟੋਨ ਕੁਐਰੀਜ਼ ਉੱਥੇ ਕਿੱਥੇ ਕਿੱਥੇ ਹੈਗੀਆਂ ਨੇ ਆਸ-ਪਾਸ, ਸਟੋਨ ਕਿੱਥੋਂ ਈਜ਼ੀਲੀ ਅਵੇਲੇਬਲ ਹੋਏਗਾ ਸਾਨੂੰ, ਕਿਉਂਕਿ ਰੋਡ ਬਣਾਣੀ ਹੈ। ਕੋਈ ਇੱਕ ਅੱਧਾ ਟਰੱਕ ਜਾਂ ਇੱਕ ਅੱਧੀ ਟਰਾਲੀ ਨਾਲ ਨਹੀਂ ਸਰਨਾ ਉੱਥੇ। ਰੋਡ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿੰਨੇ ਨੰਬਰ ਆਫ ਟਿੱਪਰਸ ਲੱਗੇ ਹੁੰਦੇ ਆ, ਤਾਂ ਵੀ ਕੰਮ ਇੰਨਾ ਲੇਟ ਹੁੰਦਾ। ਉਹ ਜਿੰਨਾ ਸਾਡੇ ਕੋਲ ਨੇੜੇ ਹੋਏਗਾ, ਜਿੱਥੋਂ ਦੀ ਸਾਨੂੰ ਮਟੀਰੀਅਲ ਅਸੀਂ ਲੈਣਾ ਵਾ, ਉਹ ਜਿੰਨਾ ਨੀਅਰ ਬਾਏ ਹੋਏਗਾ ਓਨਾ ਹੀ ਫਾਸਟ ਕੰਮ ਹੋਏਗਾ। ਔਰ ਇਹਨਾਂ 'ਚ ਸਭ ਤੋਂ ਵੱਡੀ ਦਿੱਕਤ ਇਹ ਆਉਂਦੀ ਹੈ ਕਿ ਰੋਡ ਦਾ ਮਟੀਰੀਅਲ ਜਿਹੜਾ ਆਣਾ, ਜਾਂ ਟਿੱਪਰਸ 'ਚ ਆਣਾ, ਜਾਂ ਹਾਈਵਾ ਆਣਾ, ਹਾਈਵੇ ਆਣੇ ਜਾਂ ਟਿੱਪਰ ਆਣੇ, ਇਹ ਚੀਜ਼ਾਂ ਨਾ ਨੈਟ ਤੋਂ ਖੋਲ ਕੇ ਸਰਚ ਕਰ ਲਿਓ, ਟਿੱਪਰ ਕੀ ਹੁੰਦਾ, ਹਾਈਵਾ ਕੀ ਹੁੰਦਾ। ਸੋ ਟਿੱਪਰ, ਡੰਪਰ, ਹਾਈਵਾ, ਇਹਨਾਂ ਦੇ ਵਿੱਚ ਮੋਸਟਲੀ ਇਹਨਾਂ ਦੀ ਮਿੱਟੀ ਜਾਂ ਜੋ ਵੀ ਪੱਥਰ ਵਗੈਰਾ ਜਾਂ ਰੇਤਾ ਵਗੈਰਾ, ਜੋ ਵੀ ਸੈਂਡ ਵਗੈਰਾ, ਇਹਨਾਂ ਦੇ ਥਰੂ ਹੀ ਸਪਲਾਈ ਹੋਣੀ। ਸੋ ਉਹ ਜਿੰਨਾ ਨੀਅਰ ਬਾਏ ਹੋਏਗਾ ਓਨਾ ਹੀ ਈਜ਼ੀਲੀ ਸਾਡੇ ਕੋਲ ਪਹੁੰਚ ਸਕੇਗਾ, ਓਨੇ ਹੀ ਨੰਬਰ ਆਫ ਟ੍ਰਿਪਸ ਉਹ ਲਾ ਸਕਣਗੇ। ਦੂਸਰਾ, ਇਹਨਾਂ ਦੇ ਵਿੱਚ ਅਗਰ ਕਿਤੇ ਆਪਾਂ ਸਿਟੀ ਦੇ ਇਨ ਬਿਟਵੀਨ ਰੋਡ ਬਣਾ ਰਹੇ ਹਾਂ, ਉੱਥੇ ਸਭ ਤੋਂ ਵੱਡਾ ਡਿਸਐਡਵਾਂਟੇਜ ਇਹ ਹੈ ਕਿ ਇਹਨਾਂ ਟਿੱਪਰਸ ਵਗੈਰਾ ਦਾ ਜਾਂ ਹਾਈਵਾ ਵਗੈਰਾ ਦਾ ਜਿਹੜਾ ਟਾਈਮਿੰਗ ਆ, ਉਹ ਨਾਈਟ ਟਾਈਮਿੰਗ ਦੇ ਵਿੱਚ ਇਹਨਾਂ ਨੂੰ ਪਰਮਿਸ਼ਨ ਮਿਲਦੀ ਐਂਟਰੀ ਦੀ। ਸੋ ਵਾਟਰ ਦਾ ਕੀ ਸੋਰਸ ਹੈਗਾ ਉੱਥੇ, ਨੀਅਰ ਬਾਏ ਵਾਟਰ ਦਾ ਕੀ ਸੋਰਸ ਹੈਗਾ। ਦੈਨ prepare a report on the merit and demerit of the different alternative routes। ਇਹਨਾਂ ਦੀ ਇੱਕ ਰਿਪੋਰਟ ਤਿਆਰ ਕਰਨੀ, ਜਿੰਨੇ ਵੀ ਆਪਣੇ ਨੰਬਰ ਆਫ ਰੂਟਸ ਆ, ਮੈਂ ਹੁਣੇ ਕਿਹਾ ਕਿ 4 ਜਾਂ 5 ਆਪਾਂ ਰੂਟ ਮਾਰਕ ਕਰ ਲੈਣੇ ਉਹਦੇ ਉੱਤੇ, ਪਲਾਨ ਦੇ ਉੱਤੇ। ਉਹਨਾਂ ਸਾਰੇ ਦੇ ਸਾਰੇ ਪਲਾਨਸ ਰੂਟ ਦੇ ਉੱਤੇ ਆਹ ਚੀਜ਼ਾਂ ਆਪਾਂ ਸਾਰੀਆਂ ਮਾਰਕ ਕਰ ਲੈਣੀਆਂ। ਆ ਜਿਹੜੀਆਂ ਆਪਾਂ ਹੁਣੇ ਡਿਸਕਸ ਕੀਤੀਆਂ ਇੱਥੇ ਪੁਆਇੰਟ, ਇਹ ਸਾਰੇ ਦੇ ਸਾਰੇ ਪੁਆਇੰਟ ਐਜ਼ ਇਟ ਇਜ਼, ਆ ਸਾਰੇ ਦੇ ਇੱਥੋਂ ਦੀ ਲੈ ਕੇ ਅੱਗੇ ਤੱਕ, ਇੱਥੇ ਤੱਕ ਆ ਸਾਰੇ ਦੇ ਸਾਰੇ ਪੁਆਇੰਟਸ ਆਪਾਂ ਮਾਰਕ ਕਰ ਲੈਣੇ। ਔਰ ਉਹਨਾਂ ਦੇ ਉੱਤੇ ਇਹਨਾਂ ਦਾ ਕੱਲੀ ਕੱਲੀ ਚੀਜ਼ ਲਿਖਣੀ ਕਿ ਨੰਬਰ ਆਫ ਕ੍ਰੋਸ ਡਰੇਨੇਜ ਕਿੰਨੇ ਆ ਰਹੇ ਆ, ਫਲੱਡ ਲੈਵਲ ਕਿੰਨਾ ਸੀਗਾ ਉੱਥੇ, ਕਰੈਕਟਰਿਸਟਿਕਸ ਕੀ ਕੀ ਹੈਗੀਆਂ, ਮਿੱਟੀ ਦੀ ਕੱਲੀ ਕੱਲੀ ਕਰੈਕਟਰਿਸਟਿਕਸ ਆਪਾਂ ਚੈੱਕ ਕਰਾਂਗੇ। ਤੁਹਾਨੂੰ ਐਤਕੀ ਸੋਇਲ ਸਬਜੈਕਟ ਹੈਗਾ, ਸੋਇਲ ਐਂਡ ਫਾਊਂਡੇਸ਼ਨ? ਹਾਂਜੀ ਸਰ। ਇਸ ਵਾਰ ਹੈਗਾ ਨਾ। ਉਹਦੇ ਅੰਦਰ ਜਿੰਨੇ ਵੀ ਤੁਸੀਂ ਇਹਦੇ ਪ੍ਰੈਕਟੀਕਲ ਕਰੋਗੇ, ਜਿੰਨੇ ਵੀ ਟੈਸਟ ਕਰੋਗੇ, ਉਹ ਸਾਰੇ ਦੇ ਸਾਰੇ ਟੈਸਟ ਕਰਕੇ ਆਪਾਂ ਇਹਦੀ ਕਰੈਕਟਰਿਸਟਿਕਸ ਪਤਾ ਕਰਨੀਆਂ ਕਿ ਕੀ ਇਹਦੀਆਂ ਕਰੈਕਟਰਿਸਟਿਕਸ ਹੈਗੀਆਂ ਨੇ। ਦੈਨ as a result a few alternative alignment may be chosen for the further study based on the ਅਗਲੇ ਜਿਹੜੇ ਸਰਵੇ ਹੈਗੇ ਉਹਨਾਂ ਲਈ ਕਹਿੰਦਾ ਇਹਨਾਂ ਚੋਂ ਜਿਹੜੇ 5 ਜਾਂ 6 ਆਪਾਂ ਰੂਟ ਸਿਲੈਕਟ ਕੀਤੇ, ਉਹਨਾਂ ਚੋਂ 1 ਜਾਂ 2 ਰੂਟ, 2 ਜਾਂ 3 ਰੂਟ ਆਪਾਂ ਸਿਲੈਕਟ ਕਰ ਲੈਣੇ। ਉਹ ਅੱਗੇ ਜਿਹੜੇ ਸਰਵੇ ਨੇ ਆਪਣੇ ਉਹਨਾਂ 'ਚ ਆਪਾਂ ਡਿਸਕਸ ਕਰਾਂਗੇ, ਉਹਨਾਂ ਰੂਟਸ ਦੇ ਉੱਤੇ ਕੀ ਆਪਾਂ ਅਲਟਰਨੇਟ ਇਹਨਾਂ ਦਾ ਰੱਖਣਾ। ਸੋ ਇਹ ਇੱਕ ਰੈਕੀ ਆਪਾਂ ਕੀਤੀ ਅੱਜ ਇਕੱਲੀ ਕਿ ਕਿਸੇ ਵੀ ਰੋਡ ਨੂੰ ਬਣਾਉਣ ਲਈ ਆਪਾਂ ਕੀ ਰੈਕੀ ਕਰ ਸਕਦੇ ਹਾਂ। ਸੋ ਟਾਈਮ ਆਪਣੇ ਕੋਲ ਗਿਣਤੀ ਤੇ 3 ਮਿੰਟ ਆ, 3 ਮਿੰਟ ਦੇ ਵਿੱਚ ਕਿਸੇ ਦਾ ਕੋਈ ਕੁਐਸਚਨ ਹੈਗਾ ਤਾਂ ਉਹ ਮੇਰੇ ਕੋਲ ਪੁੱਛ ਸਕਦੇ ਹੋ ਜੀ। ਹਾਂਜੀ।